ਸਤਿ ਸ੍ਰੀ ਅਕਾਲ ਦੋਸਤੋ। ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਪੂਮਾ ਸਾਧੀਆ ਤੇ ਮੈਂ ਆਪਣੇ ਚੈਨਲ ਸਾਧੀਆ ਸਟੂਡੀਓਜ਼ ਤੇ ਤੁਹਾਡਾ ਦੁਬਾਰਾ ਫਿਰ ਤੋਂ ਸਵਾਗਤ ਕਰਦਾ ਹਾਂ। ਅੱਜ ਦਾ ਵੀਡੀਓ ਮੈਂ ਪੰਜਾਬੀ 'ਚ ਬਣਾਇਆ ਹੈ ਕਿਉਂਕਿ ਅੱਜ ਦੇ ਵੀਡੀਓ ਵਿੱਚ ਮੈਂ ਜਾਣਕਾਰੀ ਦਵਾਂਗਾ ਆਪਣੇ ਬਾਰੇ ਤੇ ਆਪਣੇ ਮੈਂ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਤੇ ਕੁਝ ਆਪਣੇ ਚੈਨਲ ਬਾਰੇ ਗੱਲਾਂ ਵੀ ਸਾਂਝੀਆਂ ਕਰਾਂਗਾ। ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਏਗਾ। ਦੋਸਤੋ, ਮੇਰਾ ਪੂਰਾ ਨਾਮ ਲਖਵਿੰਦਰ ਸਿੰਘ ਹੈ ਤੇ ਮੇਰਾ ਜਨਮ ਮਿਆਣੀ, ਜਿਸ ਨੂੰ ਵੱਡੀ ਮਿਆਣੀ ਕਿਹਾ ਜਾਂਦਾ ਹੈ, ਬਲਾਕ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ 'ਚ ਹੋਇਆ। ਮੈਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਤੇ ਮੇਰੇ ਪਿਤਾ ਜੀ ਜਿਹੜੇ ਕਿ ਫੋਰਨ ਕੰਟਰੀ ਵਿੱਚ ਜੌਬ ਕਰਦੇ ਸੀ, ਉਹਨਾਂ ਦਾ ਅੱਜ ਤੋਂ ਕਾਫੀ ਸਾਲ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਮੈਂ ਆਪਣੀ ਸ਼ੁਰੂ ਦੀ ਪੜ੍ਹਾਈ ਪਿੰਡ ਮਿਆਣੀ ਤੋਂ ਹੀ ਕੀਤੀ। ਉਸ ਤੋਂ ਬਾਅਦ ਦੀ ਪੜ੍ਹਾਈ ਕਰਨ ਲਈ ਮੈਂ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਫਰੀਦਕੋਟ ਚਲੇ ਗਿਆ। ਉਸ ਤੋਂ ਬਾਅਦ ਮੈਂ ਮੋਗੇ ਤੋਂ ਡਿਪਲੋਮਾ ਇਨ ਫਾਰਮੇਸੀ ਕੀਤਾ। 1993 ਤੋਂ ਲੈ ਕੇ 2004 ਤੱਕ ਮੈਂ ਟਾਂਡਾ ਵਿੱਚ ਮੈਡੀਕਲ ਸਟੋਰ ਦਾ ਕੰਮ ਕੀਤਾ। ਮੇਰੇ ਮੈਡੀਕਲ ਸਟੋਰ ਦਾ ਨਾਮ ਸੀ ਚੰਡੀਗੜ੍ਹ ਮੈਡੀਕਲ ਸਟੋਰ। 2004 ਦੇ ਵਿੱਚ ਮੈਂ ਯੂਰਪ ਦਾ ਵੀਜ਼ਾ ਟਰਾਈ ਕੀਤਾ ਤੇ ਮੇਰਾ ਜਰਮਨੀ ਦਾ ਵੀਜ਼ਾ ਲੱਗ ਗਿਆ ਤੇ ਮੈਂ ਜਰਮਨੀ ਆ ਗਿਆ। ਕਿਉਂਕਿ ਪੇਪਰ ਨਹੀਂ ਸੀ ਹੈਗੇ, ਇਸ ਕਰਕੇ ਮੈਨੂੰ ਫਰਾਂਸ ਜਾਣਾ ਪਿਆ। ਉੱਥੇ ਮੈਂ ਤਕਰੀਬਨ ਕੋਈ 2.5-3 ਸਾਲ ਕੰਮ ਕੀਤਾ ਤੇ 2007 ਵਿੱਚ ਮੇਰੇ ਇਟਲੀ ਦੇ ਪੇਪਰ ਬਣੇ ਤੇ ਉਸ ਤੋਂ ਬਾਅਦ ਮੈਂ 2007 ਤੋਂ ਲੈ ਕੇ ਹੁਣ ਤੱਕ ਇਟਲੀ ਦੇ ਵਿੱਚ ਹੀ ਰਹਿ ਰਿਹਾ ਹਾਂ। ਫਾਰਮਾ ਪੂਰੀ ਦੁਨੀਆ ਵਿੱਚ ਦੋ ਚੀਜ਼ਾਂ ਲਈ ਬਹੁਤ ਮਸ਼ਹੂਰ ਹੈ। ਇੱਕ ਚੀਜ਼ ਹੈ ਹੈਮ ਤੇ ਦੂਜੀ ਹੈ ਚੀਜ਼, ਜੋ ਕਿ ਪੂਰੀ ਦੁਨੀਆ ਵਿੱਚ ਇੱਥੋਂ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਤੇ ਦੋਸਤੋ, ਹੁਣ ਗੱਲ ਕਰਦੇ ਹਾਂ ਆਪਣੇ ਚੈਨਲ ਬਾਰੇ। ਮੈਨੂੰ ਸ਼ੁਰੂ ਤੋਂ ਹੀ ਕੋਈ ਸ਼ੌਂਕ ਸੀਗਾ, ਥੋੜ੍ਹਾ ਬਹੁਤਾ ਪੇਂਟਿੰਗ ਦਾ ਸ਼ੌਂਕ ਸੀ, ਥੋੜ੍ਹਾ ਬਹੁਤਾ ਲਿਖਣ ਦਾ ਸ਼ੌਂਕ ਸੀਗਾ, ਪਰ ਮੈਨੂੰ ਕੋਈ ਐਸਾ ਮੀਡੀਅਮ ਨਹੀਂ ਸੀ ਮਿਲ ਰਿਹਾ ਕਿ ਜਿਸ ਤਰ੍ਹਾਂ ਹੀ ਆਪਣੀ ਜਿਹੜੀ ਮੈਂ ਕ੍ਰੀਏਟੀਵਿਟੀ ਇਹਨੂੰ ਅੱਗੇ ਲਿਜਾ ਸਕਾਂ। ਤਾਂ ਮੇਰੇ ਦਿਮਾਗ ਵਿੱਚ ਆਈਡੀਆ ਹੈ ਕਿ ਹੁਣ ਇੱਕ YouTube 'ਤੇ ਵਲੋਗਿੰਗ ਚੈਨਲ ਸ਼ੁਰੂ ਕੀਤਾ ਜਾਵੇ, ਜਿਸ ਵਿੱਚ ਆਪਣੇ ਮੈਂ ਕੁਝ ਆਈਡੀਏ, ਕੁਝ ਕ੍ਰੀਏਟੀਵਿਟੀ ਜਿਹੜੀ ਵੀਡੀਓ ਦੇ ਰੂਪ ਵਿੱਚ ਪੇਸ਼ ਕਰ ਸਕਾਂ। ਕਿਉਂਕਿ ਜਿਹੜਾ ਵਲੋਗਿੰਗ ਦਾ ਕਨਸੈਪਟ ਇਹ ਹੈ ਕਿ ਇਹਦੇ ਵਿੱਚ ਜਿਹੜਾ ਵਲੋਗਰ ਹੈ ਉਸਨੇ ਆਪਣੀ ਜਿਹੜੀ ਕਹਾਣੀ ਹੈ, ਸਟੋਰੀ ਹੈ, ਜੋ ਵੀ ਆਈਡੀਆ ਹੈ ਉਸਨੂੰ ਪਹਿਲੇ ਲਿਖਣਾ ਹੈ। ਉਸ ਤੋਂ ਬਾਅਦ ਉਹਨੇ ਉਸ ਦੀ ਵੀਡੀਓ ਬਣਾਉਣੀ ਹੈ, ਉਸ ਨੂੰ ਐਡਿਟ ਕਰਨਾ ਹੈ ਅਤੇ YouTube 'ਤੇ ਉਸ ਨੂੰ ਅਪਲੋਡ ਕਰ ਦੇਣਾ ਹੈ। ਇਸ ਤਰ੍ਹਾਂ ਜਿਹੜਾ ਵਲੋਗਰ ਹੈ ਆਪਣੇ ਆਈਡੀਆ ਜਿਹੜੇ ਹੈ, ਭਾਵੇਂ ਐਂਟਰਟੇਨਮੈਂਟ ਦਾ ਹੋਵੇ, ਭਾਵੇਂ ਇਨਫੋਰਮੇਸ਼ਨ ਦਾ ਹੋਵੇ, ਭਾਵੇਂ ਟਰੈਵਲ ਦਾ ਹੋਵੇ, ਭਾਵੇਂ ਖਬਰਾਂ ਦੇਣ ਦਾ ਵੀ ਹੋਵੇ, ਉਹ ਆਮ ਪਬਲਿਕ ਸਾਹਮਣੇ ਪੇਸ਼ ਕਰ ਸਕਦਾ ਹੈ। ਤੇ ਹੁਣ ਗੱਲ ਕਰਦੇ ਹਾਂ ਚੈਨਲ ਦੇ ਨਾਂ ਬਾਰੇ। ਚੈਨਲ ਦਾ ਨਾਂ ਹੈ ਸਾਧੀਆ ਸਟੂਡੀਓਜ਼। ਸਾਧੀਆ ਸਟੂਡੀਓਜ਼ ਦੇ ਨਾਂ ਪਿੱਛੇ ਵੀ ਇੱਕ ਸਟੋਰੀ ਹੈ, ਇੱਕ ਹਿਸਟਰੀ ਹੈ, ਇੱਕ ਕਹਾਣੀ ਹੈ। ਕਿਉਂਕਿ ਜਿਹੜਾ ਸਾਧੀਆ ਲਫ਼ਜ਼ ਹੈ ਇਹ ਸਾਡੇ ਨਾਂ ਨਾਲ ਜੋੜਿਆ ਗਿਆ ਹੈ। ਸਾਡੇ ਪਿੰਡ ਦੇ ਸਾਨੂੰ ਸਾਧੀਆ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸੀਗੇ, ਸਾਡੇ ਦਾਦੇ ਪੜਦਾਦੇ ਜਿਹੜੇ ਸੀਗੇ, ਉਹ ਪਾਕਿਸਤਾਨ ਤੋਂ ਆਏ ਸੀਗੇ। ਉਹਨਾਂ ਦਾ ਪਿੰਡ ਲਾਹੌਰ ਦੇ ਲਾਗੇ ਸੀਗਾ। ਪਿੰਡ ਦਾ ਨਾਂ ਸਾਧਾਂ ਵਾਲਾ ਸੀ ਅਤੇ ਚੈਨਲ ਦਾ ਨਾਂ ਸਾਧੀਆ ਸਟੂਡੀਓਜ਼ ਰੱਖ ਕੇ ਮੈਂ ਇੱਕ ਤਰ੍ਹਾਂ ਨਾਲ ਆਪਣੇ ਜਿਹੜੇ ਬਜ਼ੁਰਗ ਹੈ, ਦਾਦੇ ਪੜਦਾਦੇ ਹੈ, ਉਹਨਾਂ ਨੂੰ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਦੇਣਾ ਚਾਹੁੰਦਾ ਕਿ ਜਦੋਂ ਵੀ ਚੈਨਲ ਦਾ ਨਾਂ ਲਿਆ ਜਾਵੇ ਅਤੇ ਉਹਨਾਂ ਦਾ ਨਾਂ ਵਿੱਚ ਜ਼ਰੂਰ ਆਵੇ। ਅਤੇ ਉਮੀਦ ਕਰਦਾ ਇਹ ਆਈਡੀਆ ਸਾਰਿਆਂ ਨੂੰ ਪਸੰਦ ਆਏਗਾ। ਅਤੇ ਹੁਣ ਇੱਕ ਦੂਜੀ ਗੱਲ ਕਰਦੇ ਹਾਂ ਕਿ ਜਿਹੜਾ ਮੈਂ ਚੈਨਲ ਦੇ ਜਿਹੜੇ ਵੀਡੀਓ ਬਣਾਏ ਸ਼ੁਰੂ ਕੀਤੇ ਸੀ, ਉਹ ਹਿੰਦੀ ਵਿੱਚ ਸ਼ੁਰੂ ਕੀਤੇ ਸੀ। ਹਿੰਦੀ ਵਿੱਚ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਕਿ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪਬਲਿਕ ਹੈ ਉਸ ਨੂੰ ਸਮਝ ਸਕੇ ਅਤੇ ਮੇਰੇ ਨਾਲ ਅਟੈਚ ਹੋ ਸਕੇ। ਕਿਉਂਕਿ ਹਿੰਦੀ ਜਿਹੜੀ ਬੋਲੀ ਹੈ ਪੂਰੇ ਇੰਡੀਆ ਵਿੱਚ ਬੋਲੀ ਜਾਂਦੀ ਹੈ। ਉਸ ਤੋਂ ਬਾਅਦ ਦੂਜੇ ਕੰਟਰੀਆਂ ਵਿੱਚ ਵੀ ਬੋਲੀ ਜਾਂਦੀ ਹੈ, ਪਾਕਿਸਤਾਨ 'ਚ ਵੀ ਸਮਝੀ ਜਾਂਦੀ ਹੈ, ਬੰਗਲਾਦੇਸ਼ ਵੀ ਸਮਝੀ ਜਾਂਦੀ ਹੈ ਅਤੇ ਜਿਹੜੇ ਇੰਡੀਅਨ ਬਾਹਰ ਬੈਠੇ ਆ ਕਾਫੀ, ਉਹ ਵੀ ਇਹ ਭਾਸ਼ਾ ਸਮਝ ਸਕਦੇ ਹਨ। ਅਤੇ ਮੇਰੀ ਜਿਹੜੀ ਵਜ੍ਹਾ ਇਹੀ ਹੈ ਕਿ ਹਿੰਦੀ 'ਚ ਵੀਡੀਓ ਬਣਾਉਣ ਦੀ, ਤਾਂ ਕਿ ਉਹ ਵੀ ਜਿਹੜੇ ਲੋਕ ਹੈ ਮੇਰੇ ਨਾਲ ਅਟੈਚ ਹੋ ਸਕਣ ਅਤੇ ਮੇਰੇ ਜਿਹੜੇ ਆਈਡੀਏ ਹੈ, ਮੇਰੇ ਜਿਹੜੇ ਵਿਚਾਰ ਹੈ, ਉਹ ਵੀ ਸਮਝ ਸਕਣ। ਅਤੇ ਹੁਣ ਮੈਂ ਥੋੜ੍ਹੇ ਜਿਹੇ ਵਿਚਾਰ ਪੇਸ਼ ਕਰਨਾ ਚਾਹਾਂਗਾ। ਹੋ ਸਕਦਾ ਕੁਛ ਲੋਕ ਮੇਰੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਾ ਹੋਣ, ਪਰ ਮੈਂ ਜ਼ਰੂਰ ਕੁਛ ਗੱਲਾਂ ਕਰਨਾ ਚਾਹਾਂਗਾ ਕਿਉਂਕਿ ਇਹ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਹਨ। ਜਦੋਂ ਦਾ ਇਹ ਮਨੁੱਖ ਇਸ ਧਰਤੀ 'ਤੇ ਆਇਆ ਹੈ, ਜਿਉਂ-ਜਿਉਂ ਉਹਦਾ ਦਿਮਾਗ ਵਿਕਸਿਤ ਹੋਣਾ ਸ਼ੁਰੂ ਹੋਇਆ, ਤਾਂ ਉਹਦੇ ਦਿਮਾਗ 'ਚ ਦੋ ਚੀਜ਼ਾਂ ਆਉਂਦੀਆਂ ਸੀਗੀਆਂ ਕਿ ਜੋ ਕੁਛ ਹੋ ਰਿਹਾ, ਕੁਛ ਵੀ ਹੋ ਰਿਹਾ, ਦਿਨ ਚੜ੍ਹ ਰਿਹਾ, ਰਾਤ ਪੈ ਰਹੀ ਹੈ, ਜੋ ਵੀ ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਨੇ, ਇਹ ਕਿਉਂ ਹੋ ਰਹੀਆਂ ਅਤੇ ਕਿਵੇਂ ਹੋ ਰਹੀਆਂ ਨੇ। ਮਨੁੱਖ ਨੇ ਚੀਜ਼ਾਂ ਬਾਰੇ ਸੋਚਿਆ, ਉਹਨਾਂ ਚੀਜ਼ਾਂ 'ਤੇ ਸਵਾਲ ਉਠਾਏ ਅਤੇ ਉਹਨਾਂ ਬਾਰੇ ਰਿਸਰਚ ਕੀਤੀ। ਹੌਲੀ ਹੌਲੀ ਮਨੁੱਖ ਨੂੰ ਚੀਜ਼ਾਂ ਸਮਝ ਆਈਆਂ ਕਿ ਮੌਸਮ ਕਿੱਦਾਂ ਬਣ ਰਹੇ ਹਨ, ਧਰਤੀ ਕੀ ਚੀਜ਼ ਹੈ, ਧਰਤੀ ਗੋਲ ਹੈ, ਇਹ ਸੂਰਜ ਦੁਆਲੇ ਘੁੰਮ ਰਹੀ ਹੈ, ਇਸ ਹਿਸਾਬ ਨਾਲ ਸੀਜ਼ਨ ਬਣ ਰਹੇ ਹਨ ਅਤੇ ਦਿਨ ਅਤੇ ਰਾਤ ਜਿਹੜੇ ਬਣ ਰਹੇ ਹਨ। ਇਹ ਜਿਹੜਾ ਮਨੁੱਖ ਦਾ ਜਿਹੜੀ ਚੀਜ਼ ਹੈ, ਸਵਾਲ ਕਰਨਾ ਕਿਉਂ ਅਤੇ ਕਿਵੇਂ,
ਹੀ ਮਨੁੱਖ ਦੀ ਜਿਹੜੀ ਪੂਰੀ ਹੁਣ ਤੱਕ ਜਿਹੜੀ ਉਹਨੇ ਤਰੱਕੀ ਕੀਤੀ ਹੈ ਇਸ ਚੀਜ਼ ਦੇ ਪਿੱਛੇ ਹੈ। ਮੇਰਾ ਇਹ ਵਿਚਾਰ ਹੈ ਕਿ ਜੋ ਕੋਈ ਚੀਜ਼ ਹੈ, ਕੋਈ ਵੀ ਸਿਸਟਮ ਹੈ, ਅਗਰ ਤੁਹਾਨੂੰ ਉਹਦੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ, ਕੋਈ ਤੁਹਾਨੂੰ ਉਹਦੇ ਵਿੱਚ ਲੱਗਦਾ ਹੈ ਕਿ ਉਹਦੇ ਵਿੱਚ ਕੁਝ ਸੁਧਾਰ ਹੋ ਸਕਦਾ ਹੈ, ਤਾਂ ਉਸ 'ਤੇ ਸਵਾਲ ਉਠਾਉਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਡੈਮੋਕ੍ਰੇਸੀ ਵਿੱਚ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ। ਅਤੇ ਹੁਣ ਮੈਂ ਗੱਲ ਕਰਨਾ ਚਾਹਾਂਗਾ ਪੰਜਾਬੀ ਕਮਿਊਨਿਟੀ ਬਾਰੇ। ਪੰਜਾਬੀ ਕਮਿਊਨਿਟੀ ਇੱਕ ਬਹਾਦਰ ਕੌਮ ਹੈ, ਮਿਹਨਤੀ ਕੌਮ ਹੈ। ਇਹ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਕਰਦੇ ਹਨ ਅਤੇ ਹਮੇਸ਼ਾ ਹੀ ਕਾਮਯਾਬ ਰਹਿੰਦੇ ਹਨ। ਪਰ ਮੈਨੂੰ ਕੁਛ ਲੱਗ ਰਿਹਾ ਹੈ ਕਿ ਜਿਹੜੀ ਕਮਿਊਨਿਟੀ ਹੈ, ਖਾਸ ਕਰਕੇ ਬਾਹਰਲੀ ਕੰਟਰੀਜ਼ ਦੇ ਵਿੱਚ ਜਿਹੜੀ ਹੈ ਇੱਕ ਮਜ਼ਦੂਰ, ਇੱਕ ਲੇਬਰ ਕੌਮ ਦੇ ਵਿੱਚ ਕਨਵਰਟ ਹੁੰਦੀ ਜਾ ਰਹੀ ਹੈ। ਉਸ ਦੀ ਵਜ੍ਹਾ ਇਹ ਹੈ ਕਿ ਜਿਹੜੇ ਹੁਣ ਬੱਚੇ ਕੁਛ ਵੀ ਜਿਹੜੇ ਆ ਰਹੇ ਨੇ ਸਟੱਡੀ ਬੇਸ 'ਤੇ ਜਿਹੜੇ ਜਾ ਰਹੇ ਨੇ, ਕੈਨੇਡਾ ਜਾ ਰਹੇ ਨੇ, ਆਸਟ੍ਰੇਲੀਆ ਜਾ ਰਹੇ ਨੇ, ਜਾਂ ਹੋਰ ਦੂਜੇ ਕੰਟਰੀਆਂ ਵਿੱਚ ਜਾ ਰਹੇ ਨੇ, ਉੱਥੇ ਜਾ ਕੇ ਪੜ੍ਹਾਈ ਕਰਨ ਤੋਂ ਬਾਅਦ ਕਰ ਕੀ ਰਹੇ ਆ? ਟੈਕਸੀ ਚਲਾ ਰਹੇ ਆ, ਟਰੱਕ ਚਲਾ ਰਹੇ ਆ, ਜਾਂ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਆ। ਇਸ ਦੀ ਵਜ੍ਹਾ ਇਹ ਹੈ ਕਿ ਜਿਹੜੇ ਇੰਡੀਆ ਤੋਂ ਜਿਹੜੇ ਬੱਚੇ ਪੜ੍ਹਾਈ ਕਰਕੇ ਆ ਰਹੇ ਨੇ, ਉੱਥੇ ਜਿਹੜੀ ਪੜ੍ਹਾਈ ਹੈ ਇੱਕ ਸਕਿਲਡ ਵਰਕਰ ਦੀ ਪੜ੍ਹਾਈ ਨਹੀਂ ਕਰ ਰਹੇ। ਕੋਈ ਉਹਨਾਂ ਹੱਥ ਵਿੱਚ ਗੁਣ ਨਹੀਂ ਹੈ, ਕੋਈ ਉਹਨਾਂ ਦੇ ਹੱਥ ਕੋਈ ਐਸੀ ਡਿਪਲੋਮਾ ਜਾਂ ਡਿਗਰੀ ਨਹੀਂ ਹੈ, ਮਕੈਨੀਕਲ ਜਾਂ ਟੈਕਨੀਕਲ ਜਾਂ ਕੋਈ ਵੀ ਹੈ, ਕਿ ਜਿਹੜੀ ਉਹ ਇਸ ਫੀਲਡ ਦੇ ਵਿੱਚ ਕੰਮ ਕਰ ਸਕਣ। ਮੈਨੂੰ ਲੱਗਦਾ ਕਿ ਇੰਡੀਆ ਵਿੱਚ ਜਿਹੜੇ ਬੱਚੇ ਹੁਣ ਪੜ੍ਹਾਈ ਕਰ ਰਹੇ ਹਨ, ਜੇ ਉਹ ਇਸ ਤਰ੍ਹਾਂ ਦੀ ਪੜ੍ਹਾਈ ਕਰਨ ਜਿਹਦੇ ਉਹਨਾਂ ਕੋਈ ਸਕਿੱਲ ਹੋਵੇ, ਕੋਈ ਹੱਥੀਂ ਕੰਮ ਕਰਨ ਦਾ ਕੋਈ ਡਿਪਲੋਮਾ ਜਾਂ ਕੋਈ ਵੀ ਡਿਗਰੀ ਹੋਵੇ, ਇੱਕ ਉਹਨਾਂ ਦਾ ਲੈਵਲ ਜਿਹੜਾ ਬਹੁਤ ਹਾਈ ਹੋਏਗਾ। ਆਪਣਾ ਤਾਂ ਫਾਇਦਾ ਉਹਨਾਂ ਦਾ ਹੋਏਗਾ, ਕਮਿਊਨਿਟੀ ਦਾ ਵੀ ਨਾਂ ਇਹਦੇ ਵਿੱਚ ਰੋਸ਼ਨ ਹੋਏਗਾ। ਹੁਣ ਗੱਲ ਕਰਦੇ ਹਾਂ ਪੋਲੀਟਿਕਸ ਦੀ। ਪੋਲੀਟਿਕਸ ਕੀ ਹੈ? ਪੋਲੀਟਿਕਸ ਦਾ ਕੋਈ ਵੀ ਤਰੀਕਾ ਹੋ ਸਕਦਾ ਹੈ, ਜਿਸ ਤਰੀਕੇ ਕਿਸੇ ਬੰਦੇ ਨੇ ਜਾਂ ਕਿਸੇ ਗਰੁੱਪ ਨੇ ਪਾਵਰ ਹਾਸਲ ਕਰਨੀ ਹੈ ਪਬਲਿਕ ਦੇ ਉੱਤੇ ਰੂਲ ਕਰਨ ਦੀ। ਉਹ ਤਰੀਕਾ ਕੋਈ ਵੀ ਹੋ ਸਕਦਾ ਹੈ, ਗਲਤ ਵੀ ਹੋ ਸਕਦਾ ਹੈ ਅਤੇ ਸਹੀ ਵੀ ਹੋ ਸਕਦਾ ਹੈ। ਪੁਰਾਣੇ ਜ਼ਮਾਨੇ ਰਾਜ ਹੁੰਦਾ ਸੀ, ਉਹਦੇ ਵਿੱਚ ਕੋਈ ਦੂਜਾ ਰਾਜ ਆ ਕੇ ਕਬਜ਼ਾ ਕਰ ਲੈਂਦਾ ਸੀ, ਲੜਾਈ ਹੁੰਦੀ ਸੀ, ਤਲਵਾਰਾਂ ਚੱਲਦੀਆਂ ਸੀ, ਅਤੇ ਫਿਰ ਜਿਹੜੀ ਪਾਵਰ ਸੀ ਟਰਾਂਸਫਰ ਹੁੰਦੀ ਸੀ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਵਿੱਚ। ਅਤੇ ਕਈ ਵਾਰੀ ਤਾਂ ਜਿਹੜਾ ਰਾਜੇ ਦਾ ਪੁੱਤ ਹੀ ਹੁੰਦੇ ਸੀ, ਭਰਾ ਹੁੰਦੇ ਸੀ, ਉਹ ਹੀ ਮਾਰ ਮੁਰ ਇੱਕ ਦੂਜੇ ਨੂੰ ਜਿਹੜਾ ਰਾਜ ਦੇ ਉੱਪਰ ਜਿਹੜਾ ਕਬਜ਼ਾ ਕਰ ਲੈਂਦੇ ਸੀ। ਪਰ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਪੋਲੀਟਿਕਸ ਹੈ, ਜਿਹੜੀ ਹੈ, ਇਹਦਾ ਜਿਹੜਾ ਤਰੀਕਾ ਹੈ ਅਲੱਗ ਹੈ। ਇਹ ਤਰੀਕਾ ਜਿਹੜਾ ਅਟੈਚ ਕੀਤਾ ਗਿਆ ਵੋਟ ਨਾਲ, ਕਿ ਜਿਹੜੀ ਪਾਵਰ ਜਿਹੜੀ ਸ਼ਿਫਟ ਹੋਏਗੀ ਇੱਕ ਗਰੁੱਪ ਤੋਂ ਦੂਜੇ ਗਰੁੱਪ 'ਚ ਵੋਟ ਰਾਹੀਂ ਹੋਏਗੀ। ਜਿਹਦੇ ਕੋਲ ਜ਼ਿਆਦਾ ਵੋਟਾਂ ਹੋਣਗੀਆਂ ਉਹ ਜਿਹੜਾ ਗਰੁੱਪ ਹੈ ਗੌਰਮੈਂਟ ਬਣਾਏਗਾ। ਉਹ ਪੰਚਾਇਤ ਵੀ ਹੋ ਸਕਦੀ ਹੈ, ਸਟੇਟ ਅਸੈਂਬਲੀ ਵੀ ਹੋ ਸਕਦੀ ਹੈ, ਸੈਂਟਰ ਦੀ ਗੌਰਮੈਂਟ ਵੀ ਹੋ ਸਕਦੀ ਹੈ। ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਆਪਾਂ ਇਹ ਚੇਂਜ ਲਿਆ ਸਕਦੇ ਹਾਂ, ਆਪਣੀ ਜਿਹੜਾ ਵੋਟ ਕਰਨ ਦਾ ਹੱਕ ਹੈ ਇੱਕ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ, ਉਹਦੇ ਰਾਹੀਂ ਲਿਆ ਸਕਦੇ ਹਾਂ। ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਹੁਣ ਲੜਾਈਆਂ ਤਾਂ ਹੁੰਦੀਆਂ ਨੇ ਕਿ ਇੱਕ ਦੂਜੇ ਦੇ ਡਾਂਗਾ ਮਾਰੋ ਤਾਂ ਤੁਹਾਡੀ ਜੇ ਗੌਰਮੈਂਟ ਬਣ ਜਾਏ। ਅਤੇ ਇਸ ਲਈ ਜਿਹੜੀ ਵੋਟ ਸਹੀ ਤਰੀਕੇ ਨਾਲ ਵਰਤਣੀ ਪਏਗੀ ਸਾਨੂੰ, ਕਿ ਜਿਹੜਾ ਸਹੀ ਬੰਦਾ ਹੈ ਉਹ ਕਿਸੇ ਵੀ ਪਾਰਟੀ ਦਾ ਹੋਵੇ। ਜ਼ਰੂਰੀ ਨਹੀਂ ਕਿ ਆਪਾਂ ਉਸੇ ਜਿਹੜੀਆਂ ਪਾਰਟੀਆਂ ਦੋ ਚੱਲੀਆਂ ਆ ਰਹੀਆਂ ਨੇ, ਬੰਦਾ ਕੋਈ ਨਵਾਂ ਵੀ ਹੋ ਸਕਦਾ ਹੈ, ਕੋਈ ਆਜ਼ਾਦ ਉਮੀਦਵਾਰ ਵੀ ਹੋ ਸਕਦਾ, ਕਿ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਕਰੇਗਾ, ਚਾਹੇ ਪਿੰਡ ਦੀ ਪੰਚਾਇਤ ਦਾ ਹੋਵੇ ਅਤੇ ਚਾਹੇ MLA ਦਾ ਹੋਵੇ। ਅਤੇ ਇਹਦੇ ਵਿੱਚ ਸਾਨੂੰ ਜ਼ਰੂਰਤ ਹੈ ਕਿ ਜਿਹੜੇ ਯੰਗ ਬੰਦੇ ਆ, ਜਿਹੜੇ ਪੜ੍ਹੇ ਲਿਖੇ ਬੰਦੇ ਆ, ਉਹ ਇਸ ਫੀਲਡ ਦੇ ਵਿੱਚ ਆਉਣ, ਪੋਲੀਟਿਕਸ ਦੇ ਵਿੱਚ ਜਾਣ, ਜਾਂ ਜਿਹੜੇ ਆ ਰਹੇ ਆ ਉਹਨਾਂ ਨੂੰ ਵੋਟ ਕੀਤੀ ਜਾਏ। ਨਵਾਂ ਬਲੱਡ ਹੈ, ਨਵਾਂ ਖੂਨ ਹੈ, ਜਿਨ੍ਹਾਂ ਦੀ ਸੋਚ ਨਵੀਂ ਹੈ, ਜਿਨ੍ਹਾਂ ਕੋਲ ਇਨਫੋਰਮੇਸ਼ਨ ਨਵੀਂ ਹੈ, ਜਿਨ੍ਹਾਂ ਨੂੰ ਇਸ ਟਾਈਮ ਦੇ ਹਿਸਾਬ ਨਾਲ ਪਤਾ ਹੈ ਕਿ ਕਿਸ ਤਰ੍ਹਾਂ ਅੱਗੇ ਜਾ ਸਕਦੇ ਹਾਂ। ਅਸੀਂ ਅਗਰ ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਮੇਰੇ ਹਿਸਾਬ ਨਾਲ ਹੌਲੀ ਹੌਲੀ ਜਿਹੜੀ ਚੇਂਜ ਜ਼ਰੂਰ ਆਏਗੀ। ਅਤੇ ਹੁਣ ਮੈਂ ਗੱਲ ਕਰਾਂਗਾ ਅਖੀਰ ਦੇ ਵਿੱਚ ਧਰਮ ਬਾਰੇ। ਧਰਮ ਕੀ ਹੈ? ਧਰਮ ਦਾ ਮਤਲਬ ਹੈ ਡਿਊਟੀ, ਕਿ ਇੱਕ ਇਨਸਾਨ ਦੀ ਡਿਊਟੀ ਕੀ ਹੈ, ਕਿ ਕਿਹੜੇ ਕੰਮ ਉਹਨੇ ਕਰਨੇ ਨੇ ਅਤੇ ਕਿਹੜੇ ਕੰਮ ਨਹੀਂ ਕਰਨੇ। ਸਾਨੂੰ ਇਹ ਗੱਲਾਂ ਦੱਸਣ ਲਈ ਮੇਰੇ ਹਿਸਾਬ ਨਾਲ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਵੱਡੀ ਹਸਤੀ ਕੋਈ ਨਹੀਂ ਹੈ, ਜਿਨ੍ਹਾਂ ਨੇ ਅੱਜ ਤੋਂ 500 ਸਾਲ ਪਹਿਲੇ ਜਿਹੜੀਆਂ ਚੀਜ਼ਾਂ ਗਲਤ ਸੀ, ਜਿਹੜੀਆਂ ਪ੍ਰਥਾ ਗਲਤ ਚੱਲੀਆਂ ਆ ਰਹੀਆਂ ਸੀ, ਉਹਨਾਂ ਨੇ ਉਹ ਚੀਜ਼ਾਂ ਦੇ ਵਿਰੁੱਧ ਸਵਾਲ ਉਠਾਇਆ। ਅਤੇ ਗੁਰੂ ਨਾਨਕ ਦੇਵ ਜੀ ਨੇ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਬੜੀ ਦੂਰ ਦੂਰ ਤੱਕ ਉਦਾਸੀਆਂ ਕੀਤੀਆਂ, ਅਤੇ ਦੂਰ ਦੂਰ ਜਾ ਕੇ ਜੋ ਧਰਮ ਦੇ ਠੇਕੇਦਾਰ ਸੀ ਉਹਨਾਂ ਨਾਲ ਬਹਿਸ ਕੀਤੀ, ਡਿਸਕਸ਼ਨ ਕੀਤੀ, ਅਤੇ ਆਪਣਾ ਜਿਹੜਾ ਉਹਨਾਂ ਦਾ ਵਿਚਾਰ ਸੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਗਲਤ ਹੋ, ਤੁਹਾਡੇ ਜਿਹੜੇ ਵਿਚਾਰ ਹੈ ਕਿਸ ਤਰ੍ਹਾਂ ਗਲਤ ਨੇ। ਅਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 500 ਸਾਲ ਬਾਅਦ ਫਿਰ ਅਸੀਂ ਉਹਨਾਂ ਹੀ ਪ੍ਰਥਾਵਾਂ 'ਚ ਘਿਰੇ ਪਏ ਹਾਂ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਵਿਰੋਧ ਕੀਤਾ। ਅਤੇ ਇਸ ਸਿਚੁਏਸ਼ਨ 'ਚ ਨਿਕਲਣ ਲਈ ਸਾਡੇ ਕੋਲ ਇੱਕ ਰਸਤਾ ਹੈ, ਉਹ ਰਸਤਾ ਹੈ ਗੁਰੂ ਗ੍ਰੰਥ ਸਾਹਿਬ ਜੀ,
ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਅਤੇ ਬਾਕੀ ਗੁਰੂਆਂ ਦੀ ਬਾਣੀ ਹੈ ਅਤੇ ਭਗਤਾਂ ਦੀ ਬਾਣੀ ਹੈ, ਜਿਹਦੇ ਵਿੱਚ ਉਹਨਾਂ ਨੇ ਹਰ ਚੀਜ਼ ਦਾ ਜ਼ਿਕਰ ਕੀਤਾ ਹੈ। ਭਾਵੇਂ ਮਸਲਾ ਉਸ ਟਾਈਮ ਦਾ ਸੀਗਾ, ਭਾਵੇਂ ਇਸ ਟਾਈਮ ਅੱਜ ਦਾ ਮਸਲਾ ਹੈ। ਉਹਨਾਂ ਨੇ 500 ਸਾਲ ਪਹਿਲੇ ਹੀ ਕੁਝ ਚੀਜ਼ਾਂ ਦਾ ਉਸ ਵਿੱਚ ਜ਼ਿਕਰ ਕਰ ਦਿੱਤਾ ਗਿਆ। ਅਤੇ ਅੱਜ ਕੱਲ੍ਹ ਜੋ ਬੜਾ ਰੇਸਿਜ਼ਮ, ਜਾਤੀਵਾਦ ਦਾ ਮਸਲਾ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਜਿਹੜੇ ਨੇ ਇਸ ਬਾਰੇ ਪਹਿਲਾਂ ਹੀ ਗੱਲ ਕਰ ਚੁੱਕੇ ਹਨ। ਤਾਂ ਪੂਰੀ ਉਹ ਮਨੁੱਖਤਾ ਨੂੰ ਇੱਕ ਪੂਰੀ ਮਨੁੱਖਤਾ ਨੂੰ ਇੱਕ ਬਰਾਬਰਤਾ ਦਾ ਦਰਜਾ ਦੇ ਚੁੱਕੇ ਹਨ। ਅਤੇ ਇਸ ਲਈ ਸਾਨੂੰ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕਰਨੀ ਪਏਗੀ, ਵਿਆਖਿਆ ਸਹਿਤ, ਕਿਉਂਕਿ ਵਿਆਖਿਆ ਬਹੁਤ ਜ਼ਰੂਰੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਕੁਝ ਜਿਹੜੇ ਸ਼ਬਦ ਇਹਨਾਂ ਦਾ ਮਤਲਬ ਸ਼ਾਇਦ ਸਾਨੂੰ ਨਹੀਂ ਪਤਾ, ਇਸ ਲਈ ਅਸੀਂ ਕਿਸੇ ਸ਼ਬਦਕੋਸ਼ ਦੀ ਹੈਲਪ ਲੈ ਸਕਦੇ ਹਾਂ, ਜਾਂ ਕਿਸੇ ਅੱਜ ਕੱਲ੍ਹ ਐਪ ਵੀ ਅਵੇਲੇਬਲ ਹੈਗੀਆਂ ਸਮਾਰਟਫੋਨ ਦੇ ਉੱਪਰ, ਜਿਨ੍ਹਾਂ ਦੀ ਮਦਦ ਨਾਲ ਅਸੀਂ ਪੂਰੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਕਰ ਸਕਦੇ ਹਾਂ। ਅਗਰ ਅਸੀਂ ਉਹ ਖੁਦ ਇਹ ਕੰਮ ਕਰਾਂਗੇ, ਸਾਨੂੰ ਕਿਸੇ ਤੀਸਰੇ ਬੰਦੇ ਦੀ ਲੋੜ ਨਹੀਂ ਹੈ ਕਿ ਸਾਨੂੰ ਸਮਝਾ ਸਕੇ ਇਸ ਵਿੱਚ ਕੀ ਲਿਖਿਆ ਗਿਆ, ਕਿਉਂਕਿ ਜਿਹੜਾ ਤੀਸਰਾ ਬੰਦਾ ਜਿਹੜਾ ਉਸ ਦੇ ਵਿੱਚ ਜ਼ਰੂਰ ਆਪਣੀ ਕੋਈ ਨਾ ਕੋਈ ਗੱਲ ਜ਼ਰੂਰ ਐਡ ਕਰੇਗਾ, ਆਪਣਾ ਏਜੰਡਾ ਜ਼ਰੂਰ ਐਡ ਕਰੇਗਾ, ਜਿਹਦੇ ਕਰਕੇ ਜਿਹੜਾ ਪੂਰਾ ਜਿਹੜਾ ਮਤਲਬ ਹੈ ਬਾਣੀ ਦਾ ਬਦਲ ਜਾਂਦਾ। ਗੁਰੂ ਗ੍ਰੰਥ ਸਾਹਿਬ ਜਿਹੜੀ ਸਟੱਡੀ ਖੁਦ ਕਰਨ ਦੀ ਆਦਤ ਪਾਉਣੀ ਪਏਗੀ। ਇਹਦੇ ਨਾਲ ਸਾਨੂੰ ਜਿਹੜੀ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਪੂਰੇ ਭਗਤਾਂ ਦੇ, ਗੁਰੂਆਂ ਦੇ, ਜਾਂ ਗੁਰੂ ਨਾਨਕ ਦੇਵ ਜੀ ਦੇ, ਉਹ ਪੂਰੀ ਕਲੈਰਿਟੀ ਸਾਨੂੰ ਮਿਲੇਗੀ ਕਿ ਉਹ ਕੀ ਕਹਿ ਰਹੇ ਸਾਨੂੰ ਕਰਨ ਲਈ, ਅਤੇ ਜਿਹੜੇ ਕੰਮ ਨਹੀਂ ਕਰਨੇ ਉਹ ਵੀ ਸਾਨੂੰ ਦੱਸ ਰਹੇ ਕਿਹੜੇ ਕੰਮ ਨਹੀਂ ਕਰਨੇ। ਅਖੀਰ ਦੇ ਵਿੱਚ ਮੈਂ 3 ਛੋਟੀਆਂ ਗੱਲਾਂ ਕਰਨਾ ਚਾਹਾਂਗਾ। ਪਹਿਲੀ ਗੱਲ ਹੈ ਅਵੇਅਰਨੈਸ। ਹਰ ਇੱਕ ਬੰਦੇ ਨੂੰ ਆਪਣੇ ਹੱਕ ਪਤਾ ਹੋਣੇ ਚਾਹੀਦੇ ਆ, ਅਤੇ ਲੱਗਦੀ ਗੱਲ ਉਸ ਨੂੰ ਦੂਸਰੇ ਬੰਦੇ ਦੇ ਹੱਕ ਵੀ ਪਤਾ ਹੋਣੇ ਚਾਹੀਦੇ ਨੇ। ਦੂਸਰੀ ਗੱਲ ਹੈ ਅਪ ਟੂ ਡੇਟ ਰਹਿਣਾ, ਟਾਈਮ ਦੇ ਹਿਸਾਬ ਨਾਲ ਅਪ ਟੂ ਡੇਟ ਰਹਿਣਾ ਕਿ ਟਾਈਮ ਚੇਂਜ ਹੋ ਰਿਹਾ, ਅਤੇ ਉਸ ਹਿਸਾਬ ਨਾਲ ਆਪਣੇ ਵਿਚਾਰ ਚੇਂਜ ਕਰਨੇ, ਆਪਣੀ ਸੋਚਣੀ ਜਿਹੜੀ ਹੈ ਉਸ ਨੂੰ ਚੇਂਜ ਕਰਨਾ। ਤੀਸਰੀ ਗੱਲ ਹੈ ਸੈਂਟੀਮੈਂਟਲ ਸਟਰੋਂਗ। ਅੱਜ ਕੱਲ੍ਹ ਦੇਖਿਆ ਕਈ ਬੰਦਿਆਂ ਦੀਆਂ ਜਾਂ ਕੌਮਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਬੜੀ ਜਲਦੀ ਠੇਸ ਪਹੁੰਚ ਜਾਂਦੀ ਹੈ ਕਿਸੇ ਦੇ ਵੀ ਕਮੈਂਟ ਕਰਨ ਨਾਲ। ਕਿਸੇ ਵੀ ਬੰਦੇ ਦੀ ਜਾਂ ਕੌਮ ਦੀ ਭਾਵਨਾਵਾਂ ਇੰਨੀਆਂ ਕਮਜ਼ੋਰ ਨਹੀਂ ਹੋਣੀਆਂ ਚਾਹੀਦੀਆਂ ਕਿ ਕੋਈ ਬੰਦਾ ਉਹਨਾਂ ਨੂੰ ਕਮੈਂਟ ਕਰਕੇ ਭੜਕਾ ਸਕੇ ਅਤੇ ਫਿਰ ਉਸ ਚੀਜ਼ ਦਾ ਫਾਇਦਾ ਉਠਾ ਸਕੇ। ਅਤੇ ਦੋਸਤੋ, ਇਹ ਸੀ ਅੱਜ ਦਾ ਵਲੋਗ। ਆਸ ਕਰਦਾ ਕਿ ਤੁਹਾਨੂੰ ਅੱਜ ਦਾ ਜਿਹੜਾ ਵਲੋਗ ਹੈ ਪਸੰਦ ਆਇਆ ਹੋਵੇਗਾ। ਅਗਰ ਕਿਸੇ ਨੂੰ ਕੋਈ ਇਹਦੇ ਵਿੱਚ ਕੋਈ ਕਮੀ ਨਜ਼ਰ ਆ ਰਹੀ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ, ਤਾਂ ਕਿ ਅੱਗੇ ਤੋਂ ਉਸ ਚੀਜ਼ ਦੇ ਵਿੱਚ ਸੁਧਾਰ ਕਰ ਸਕਾਂ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਥੈਂਕ ਯੂ ਵੈਰੀ ਮੱਚ।